ਚੜ੍ਹਦੀ ਕਲਾ ਟਾਈਮ ਟੀਵੀ ਦੇ ਦਰਸ਼ਕਾਂ ਨੂੰ ਗੁਰਦੀਪ ਸੇਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, NRI ਮੀਟ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅੱਜ ਅਸੀਂ ਹਾਜ਼ਰ ਹਾਂ UAE ਦੀ ਇੱਕ ਸਟੇਟ ਅਜਮਾਨ ਦੇ ਵਿੱਚ, ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਇੱਕ ਨੌਜਵਾਨ ਜੋ ਹਿੰਦੁਸਤਾਨ ਵਿੱਚ ਪਲਿਆ ਵੱਡਿਆ ਹੋਇਆ, ਜਿਨੇ ਉੱਥੇ ਐਸ਼ੋ ਆਰਾਮ ਦੀ ਜ਼ਿੰਦਗੀ ਵੀ ਬਤੀਤ ਕੀਤੀ, ਲੇਕਿਨ ਜਦੋਂ ਕੁਝ ਕਰਨ ਦੀ ਠਾਣੀ ਤਾਂ ਉਹਨਾਂ ਨੇ ਇੱਧਰ ਵੱਲ ਰੁਖ ਕੀਤਾ। ਇੱਧਰ ਵੱਲ ਰੁਖ ਕਰਕੇ ਮੁਸੀਬਤਾਂ ਚੱਲੀਆਂ, ਸਟਰਗਲ ਕੀਤਾ ਤੇ ਕਾਮਯਾਬੀ ਹਾਸਿਲ ਕੀਤੀ। ਭਾਵੇਂ ਆਪਣੇ ਉਹ ਛੋਟੇ ਛੋਟੇ ਟਾਰਗੇਟ ਬਣਾ ਕੇ ਕਾਮਯਾਬੀ ਵੱਲ ਵਧਦੇ ਰਹੇ, ਲੇਕਿਨ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ, ਨਿਰੰਤਰ ਜਾਰੀ ਹੈ। ਸੋ ਆਓ ਗੱਲਬਾਤ ਕਰਦੇ ਹਾਂ ਸਰਦਾਰ ਹਰਦੀਪਪਾਲ ਸਿੰਘ ਸੱਗੂ ਜੀ ਨਾਲ। ਸੱਗੂ ਸਾਹਿਬ, NRI ਮੀਟ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੰਧੂ ਸਾਹਿਬ, ਮੈਂ ਅਤੇ ਸਾਡੇ ਦਰਸ਼ਕ ਸਭ ਤੋਂ ਪਹਿਲੇ ਤੁਹਾਡਾ ਪਿਛੋਕੜ ਜਾਣਨਾ ਚਾਹੁੰਦੇ ਨੇ। ਪਿਛੋਕੜ ਮੇਰਾ ਹੀ ਪਿੰਡ ਰਸੂਲਪੁਰ, ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੈ, ਔਰ ਮੇਰੇ ਦਾਦਾ ਜੀ, ਮੇਰੇ ਪਿਤਾ ਜੀ ਸਭ ਅਸੀਂ ਉੱਥੇ ਹੀ ਪਿੰਡ ਦੇ ਵਿੱਚ ਹੀ ਲਗਾਤਾਰ ਕਾਫੀ ਮਤਲਬ ਕਿ ਸਮੇਂ ਤੋਂ ਰਹਿ ਰਹੇ ਹਾਂ। ਔਰ ਉਹਦੇ ਵਿੱਚ ਮੇਰੇ ਜਿੰਨੇ ਵੀ ਮੇਰੇ ਚਾਚਾ ਜੀ ਨੇ, ਸਾਡੀ ਜਿਹੜੀ ਫੈਮਿਲੀ ਹੋਰ ਮੈਂਬਰ ਹੈਗੇ ਨੇ, ਕਾਫੀ ਪੀੜ੍ਹੀ ਦਰ ਪੀੜ੍ਹੀ ਅਸੀਂ ਉਸੇ ਪਿੰਡ ਤੋਂ ਹੀ ਰਹਿ ਰਹੇ ਹਾਂ। ਪਿੰਡ ਰਸੂਲਪੁਰ ਤਰਨਤਾਰਨ ਦੇ ਨਾਲ ਹੀ ਹੈ ਜੀ। ਤੇ ਉੱਥੇ ਆਪਣਾ ਕੀ ਕਾਰੋਬਾਰ ਸੀ? ਅਸਲ 'ਚ ਮੇਰੇ ਕੋਲ ਕੋਈ ਕਾਰੋਬਾਰ ਨਹੀਂ ਸੀ ਜੀ ਉੱਥੇ। ਸਭ ਤੋਂ ਪਹਿਲਾਂ ਇਹ ਸੋਚਿਆ ਵੀ ਮੇਰੇ ਫਾਦਰ ਸਾਹਿਬ ਵੀ ਟਰੈਕਟਰਾਂ ਦੀ ਵਰਕਸ਼ਾਪ ਕੰਮ ਕਰਦੇ ਸੀ, ਸਾਡੀ ਉਹਨਾਂ ਦਾ ਆਪਣਾ ਬਿਜ਼ਨਸ ਹੈਗਾ ਸੀ। ਜਦੋਂ ਤੋਂ ਸਰਪੰਚ ਬਣੇ, ਫਿਰ ਸਰਪੰਚ ਬਣਨ ਦੇ ਨਾਲ ਨਾਲ ਉਹ ਆਪਣੀ ਦੁਕਾਨਦਾਰੀ ਵੱਲ ਧਿਆਨ ਨਹੀਂ ਦੇ ਸਕੇ। ਮੈਂ ਕਾਲਜ ਦੇ ਦੌਰਾਨ ਦੁਕਾਨਦਾਰੀ ਵੀ ਕਰਦਾ ਸੀ, ਪਰ ਮੈਨੂੰ ਉਹ ਦੁਕਾਨਦਾਰੀ ਦੇ ਵਿੱਚੋਂ ਜਿਹੜਾ ਲੁਤਫ ਸੀ, ਉਹ ਜਿਹੜੀ ਕਾਮਯਾਬੀ ਨਜ਼ਰ ਨਹੀਂ ਸੀ ਆ ਰਹੀ। ਅਤੇ ਅਸਲ 'ਚ ਮੈਂ ਸਹੀ ਮਾਇਨੇ ਦੇ ਵਿੱਚ ਬੇਰੁਜ਼ਗਾਰ ਸੀ। ਉੱਥੇ ਕੋਈ ਕਾਰੋਬਾਰ ਨਹੀਂ ਸੀ ਮੇਰੇ ਕੋਲ। ਮੇਰੇ ਪਿਤਾ ਜੀ ਕੋਲ ਕਾਰੋਬਾਰ ਸੀ, ਪਰ ਅਸਲ 'ਚ ਮੇਰੇ ਵਾਸਤੇ ਕੋਈ ਕਾਰੋਬਾਰ ਨਹੀਂ ਸੀ, ਔਰ ਮੈਂ ਆਪਣੇ ਆਪ ਨੂੰ ਬੇਰੁਜ਼ਗਾਰ ਹੀ ਸਮਝਦਾ ਸੀ ਜੀ। ਤੇ ਇਸ ਤਰ੍ਹਾਂ ਚੱਲਦੇ ਚੱਲਦੇ ਫਿਰ ਤੁਸੀਂ ਕਿਵੇਂ ਸੋਚਿਆ, ਤੁਹਾਡੇ ਮਨ ਵਿੱਚ ਕੀ ਫੁਰਨਾ ਉੱਠਿਆ, ਕੀ ਫੁਰਨਾ ਫੁਰਿਆ ਕਿ ਭਾਈ ਹੁਣ UAE ਵੱਲ ਜਾਇਆ ਜਾਏ? ਅਸਲ 'ਚ ਮੈਂ ਇਹ ਸਮਝਦਾ ਸੀ ਕਿ ਬੰਦੇ ਨੂੰ ਕਾਮਯਾਬ ਹੋਣ ਵਾਸਤੇ ਨਾ ਦੋ ਤਿੰਨ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਜਾਂ ਤਾਂ ਕੋਈ ਹਾਇਰ ਐਜੂਕੇਸ਼ਨ ਹੋਵੇ, ਇੱਕ ਚੰਗੀ ਵਿੱਦਿਆ ਹੋਵੇ ਜਿੱਥੇ ਜਾ ਕੇ ਉਹ ਬੰਦਾ ਨੌਕਰੀ ਕਰ ਸਕਦਾ ਹੋਵੇ, ਜਾਂ ਫਿਰ ਉਹਦੇ ਕੋਲ ਟੈਕਨੀਕਲ ਹੈਂਡ ਹੋਵੇ ਜਿੱਥੇ ਜਾ ਕੇ ਵੀ ਬੰਦਾ ਤੁਸੀਂ ਕੰਮ ਆਪਣਾ ਰੁਜ਼ਗਾਰ ਚਲਾ ਸਕੋ, ਜਾਂ ਫਿਰ ਇੱਕ ਸੋਹਣਾ ਦਿਮਾਗ ਔਰ ਸੋਹਣੀ ਸਿਹਤ ਹੋਵੇ, ਤੁਸੀਂ ਦੁਨੀਆ ਨੂੰ ਦੇਖ ਕੇ ਕਾਮਯਾਬ ਹੋ ਸਕੋ। ਇਹਨਾਂ ਤਿੰਨਾਂ ਵਿੱਚੋਂ ਮੇਰੇ ਕੋਲ ਸਿਰਫ ਤੇ ਸਿਰਫ ਇੱਕ ਸਿਹਤ ਤੇ ਇੱਕ ਸੋਹਣਾ ਦਿਮਾਗ ਸੀ। ਟੈਕਨੀਕਲ ਹੈਂਡ ਮੇਰੇ ਕੋਲ ਨਹੀਂ ਸੀ, ਹਾਇਰ ਐਜੂਕੇਸ਼ਨ ਮੇਰੇ ਕੋਲ ਨਹੀਂ ਸੀ। ਇਸ ਕਰਕੇ ਸੋਚਿਆ ਵੀ ਮੈਨੂੰ ਨਹੀਂ ਲੱਗਦਾ ਕਿ ਮੈਂ ਇੱਥੇ ਕੁਝ ਕਰ ਸਕਾਂਗਾ। ਜਿੱਦਾਂ ਬਾਕੀ ਲੋਕ ਵਿਦੇਸ਼ ਜਾਂਦੇ ਨੇ, ਜਲਦੀ ਪੈਸਾ ਕਮਾ ਕੇ ਲੈ ਕੇ ਆਉਂਦੇ ਨੇ ਔਰ ਆਪਣੇ ਚਮਕ ਦਮਕ ਲੈ ਕੇ ਵਾਪਸ ਮੁੜਦੇ ਨੇ। ਮੇਰਾ ਸੁਪਨਾ ਸੀ ਕਿ ਮੈਂ ਵੀ ਜਾਵਾਂ ਤੇ ਪੈਸੇ ਕਮਾ ਕੇ ਔਰ ਚਮਕ ਦਮਕ ਦੇ ਨਾਲ ਵਾਪਸ ਆਵਾਂ। ਤੇ ਜਦੋਂ ਤੁਸੀਂ ਸੋਚ ਲਿਆ ਕਿ ਬਸ ਹੁਣ ਉੱਡਣਾ ਹੈ UAE ਵੱਲ, ਤਾਂ ਤੁਹਾਡੇ ਫੈਸਲੇ ਤੇ ਤੁਹਾਡੇ ਪੇਰੈਂਟਸ ਨੇ ਕੁਝ ਰਿਐਕਸ਼ਨ ਨਹੀਂ ਕੀਤਾ? ਅਸਲ 'ਚ ਉਹਨਾਂ ਨੇ ਮੈਨੂੰ ਰੋਕਿਆ ਵੀ ਕਿਸੇ ਨੇ ਨਹੀਂ ਵੀ ਕਾਕਾ ਤੇਰੀ ਮਰਜ਼ੀ ਹੈ, ਤੂੰ ਅਗਰ ਤੂੰ ਬਾਹਰ ਜਾ ਕੇ ਕੁਝ ਕਰਨਾ ਚਾਹੁੰਦਾ ਵਾ। ਮੈਨੂੰ ਲੱਗਦਾ ਸੀ ਵੀ ਜਿਵੇਂ ਮੈਂ ਇੱਥੇ ਰਹਿ ਕੇ ਕੁਝ ਨਹੀਂ ਕਰ ਸਕਦਾ, ਪਰ ਹੁਣ ਸਮਝ ਆਈ ਕਿ ਅਸੀਂ ਉੱਥੇ ਰਹਿ ਕੇ ਵੀ ਬੜਾ ਕੁਝ ਕਰ ਸਕਦੇ ਹਾਂ, ਕਿਉਂਕਿ ਜਿਹੜਾ ਕੰਮ ਦੀ ਜਾਂਚ ਔਰ ਪੈਸੇ ਦੀ ਜਿਹੜੀ ਵੈਲਿਊ ਹੈ ਉਹ ਸਾਨੂੰ ਇੱਥੇ ਆ ਕੇ ਪਤਾ ਲੱਗੀ। ਜਿੰਨਾ ਚਿਰ ਅਗਰ ਮੈਂ ਇੱਥੇ ਨਾ ਆਉਂਦਾ ਤਾਂ ਸ਼ਾਇਦ ਮੈਂ ਉੱਥੇ ਕਾਮਯਾਬ ਉੱਥੇ ਵੀ ਨਾ ਹੁੰਦਾ, ਪਰ ਅੱਜ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਅਗਰ ਇੱਥੇ ਕਾਮਯਾਬ ਆ ਤਾਂ ਅਸੀਂ ਉੱਥੇ ਵੀ ਕਾਮਯਾਬ ਹੋ ਸਕਦੇ ਹਾਂ। ਸੋ ਇਸ ਕਰਕੇ ਜਿਹੜੇ ਹਾਲਾਤ ਮਤਲਬ ਬਣੇ ਨਹੀਂ, ਆਪਣੇ ਆਪ ਹੀ ਜਿਵੇਂ ਦਾਣਾ ਪਾਣੀ ਖਿੱਚ ਕੇ ਲੈ ਆਉਂਦਾ। ਔਰ ਘਰਦਿਆਂ ਨੇ ਵੀ ਕੋਈ ਰੋਕਾ ਟੋਕੀ ਨਹੀਂ ਕੀਤੀ, ਅਗਰ ਕਾਕਾ ਤੁਸੀਂ ਬਾਹਰ ਜਾਣਾ ਹੈਗਾ ਵਾ, ਤੁਹਾਡੀ ਆਪਣੀ ਮਰਜ਼ੀ ਹੈਗੀ ਹੈ। ਪਰ ਮੈਨੂੰ ਇਵੇਂ ਲੱਗਾ ਕਿ ਜਿਵੇਂ ਮੇਰਾ ਰਸਤਾ ਬਾਹਰ ਹੀ ਹੈਗਾ ਔਰ ਮੈਂ ਕਾਮਯਾਬ ਬਾਹਰ ਜਾ ਕੇ ਹੋ ਸਕਦਾ। ਔਰ ਕੁਛ ਹੱਦ ਤੱਕ ਨਹੀਂ ਔਰ ਕਾਫੀ ਹੱਦ ਤੱਕ ਮੈਂ ਆਪਣੇ ਆਪ ਨੂੰ ਆਪਣਾ ਫੈਸਲਾ ਸਹੀ ਮੰਨਦਾ। ਤੇ ਸੱਗੂ ਸਾਹਿਬ, ਤੁਸੀਂ ਜਦੋਂ ਫਲਾਈਟ ਵਿੱਚ ਚੜ੍ਹੇ ਜਾਂ ਫਲਾਈਟ ਵਿੱਚ ਬੈਠੇ ਆ ਰਹੇ ਸੀ, ਤੁਸੀਂ ਕੀ ਸੁਪਨੇ ਵੇਖੇ ਕਿ ਦੁਬਈ ਵਿੱਚ ਜਾ ਕੇ ਜਾਂ UAE ਜਾ ਕੇ ਜਾਂ ਅਜਮਾਨ ਜਾ ਕੇ ਮੈਂ ਇਹ ਕਰਨਾ ਹੈ, ਉਹ ਕਰਨਾ ਹੈ? ਸੁਪਨੇ ਜਦੋਂ ਮੈਂ ਫਲਾਈਟ ਦੇ ਵਿੱਚ ਚੜ੍ਹਿਆ ਸੀ, ਪਹਿਲੀ ਗੱਲ ਤਾਂ ਇਹ ਸੀ ਕਿ ਮੈਨੂੰ ਇਹ ਸੀ ਕਿ ਮੈਂ ਸਭ ਤੋਂ ਜਾ ਕੇ ਉੱਥੇ ਕਾਮਯਾਬ ਹੋਣਾ ਵਾ। ਕਾਮਯਾਬ ਹੋਣ ਵਾਸਤੇ ਮੇਰੇ ਕੋਲ ਕੋਈ ਕਾਰੋਬਾਰ ਨਹੀਂ ਸੀ, ਮੇਰੇ ਕੋਲ ਕੋਈ ਟੈਕਨੀਕਲ ਹੈਂਡ ਨਹੀਂ ਸੀ, ਹਾਇਰ ਐਜੂਕੇਸ਼ਨ ਨਹੀਂ ਸੀ, ਪਰ ਮੈਨੂੰ ਇਹ ਸੀ ਕਿ ਮੈਂ ਕਿਸੇ ਵੀ ਹਾਲਤ ਦੇ ਵਿੱਚ ਵਾਪਸ ਉਦੋਂ ਆਵਾਂ ਜਦੋਂ ਮੈਂ ਕਾਮਯਾਬ ਹੋਵਾਂਗਾ। ਔਰ ਉੱਥੇ ਜਾ ਕੇ ਜਦੋਂ ਮੈਂ ਪਹਿਲੀ ਵਾਰ ਜਿਸ ਕੰਪਨੀ ਦੇ ਵਿੱਚ ਗਿਆ, ਮੈਨੂੰ ਮਜ਼ਦੂਰੀ ਦਾ ਕੰਮ ਕਰਨ ਦਾ ਮੌਕਾ ਮਿਲਿਆ। ਔਰ ਅਸਲ 'ਚ ਮੇਰੀ ਸਿਹਤ ਕਾਫੀ ਵਧੀਆ ਸੀ, ਰੰਗ ਵੀ ਗੋਰਾ ਚਿੱਟਾ ਸੀ। ਜਦੋਂ ਮੈਂ ਉੱਥੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੈਨੂੰ ਇੰਜੀਨੀਅਰ ਕਹਿੰਦਾ, ਕਾਕਾ ਤੂੰ ਕੰਮ ਦੇ ਕਾਬਲ ਨਹੀਂ ਹੈਗਾ, ਤੂੰ ਕੰਮ ਨਹੀਂ ਕੀਤਾ ਹੈਗਾ।
ਮੇਰਾ ਜਵਾਬ ਸੀ ਮੈਂ ਕੰਮ ਨਹੀਂ ਕੀਤਾ ਹੈਗਾ, ਪਰ ਮੈਂ ਆਇਆ ਤੇ ਕੰਮ ਕਰਨ ਵਾਸਤੇ ਹੀ ਹਾਂ, ਮੈਨੂੰ ਤੁਸੀਂ ਜੋ ਵੀ ਕੰਮ ਦਿਓਗੇ ਔਰ ਮੈਂ ਕੰਮ ਕਰਾਂਗਾ। ਔਰ ਇਸ ਜਵਾਬ ਦੇ ਨਾਲ ਉਹਨੇ ਮੈਨੂੰ ਉਹਨੂੰ ਇਸ ਤਰ੍ਹਾਂ ਲੱਗਿਆ ਵੀ ਜਿਵੇਂ ਕਾਕਾ ਕੰਮ ਕਰਨ ਵਾਲਾ ਹੁੰਦਾ ਹੈ, ਤੇ ਫਿਰ ਉਹਨੇ ਮੈਨੂੰ ਰੱਖ ਲਿਆ, ਮਨਾ ਕਰਨ ਦੀ ਬਜਾਏ ਉਹਨੇ ਮੈਨੂੰ ਮੌਕਾ ਦੇ ਦਿੱਤਾ ਕੰਮ ਕਰਨ ਦਾ। ਔਰ ਉਸ ਮੌਕੇ ਦੇ ਮੁਤਾਬਕ ਫਿਰ ਮੈਂ ਅਸਲ 'ਚ ਮੈਨੂੰ ਪਹਿਲਾਂ ਸ਼ੁਰੂ 'ਚ ਕੰਮ ਕਰਨ ਦੀ ਆਦਤ ਨਹੀਂ ਸੀ, ਮੇਰੀ ਜਿਹੜੀ ਯਾਰੀ ਦੋਸਤੀ ਸੀ ਕੰਮ ਚੋਰ ਲੋਕਾਂ ਦੇ ਨਾਲ ਹੋ ਗਈ। ਤੇ ਇੱਕ ਮੌਕਾ ਆਇਆ ਕਿ ਇੱਕ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਕਿ ਜਦੋਂ ਮੈਨੂੰ ਕੰਮ ਦੀ ਵੈਲਿਊ ਦਾ ਪਤਾ ਲੱਗਾ, ਤੇ ਫਿਰ ਉਸ ਚੀਜ਼ ਨੇ ਮੇਰਾ ਜਿਹੜਾ ਜੀਵਨ ਆ ਇੱਕਦਮ ਬਦਲ ਕੇ ਰੱਖ ਦਿੱਤਾ ਜੀ। ਤੇ ਤੁਸੀਂ ਜਦੋਂ ਇੱਥੇ ਆਏ ਤਾਂ ਤੁਹਾਨੂੰ ਕਿਵੇਂ ਲੱਗਿਆ? ਕਿਸ ਤਰ੍ਹਾਂ ਦੀਆਂ ਔਕੜਾਂ, ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਕਿੱਦਾਂ ਦੀ ਸਟਰਗਲ ਕਰਨੀ ਪਈ? ਕਿਉਂਕਿ ਹਿੰਦੁਸਤਾਨ ਵਿੱਚ ਤੇ ਖੁੱਲ੍ਹਾ ਮਾਹੌਲ, ਫਿਰ ਤੁਸੀਂ ਦੱਸਿਆ ਕਿ ਤੁਸੀਂ ਇੱਕ ਚੰਗੇ ਘਰ ਤੋਂ ਸੀ ਔਰ ਸਭ ਕੁਝ ਅੱਛਾ ਮਾਹੌਲ ਸੀਗਾ, ਲੇਕਿਨ ਇੱਥੇ ਤੇ ਉਲਟਾ ਮੁਸ਼ਕਲਾਂ ਆਈਆਂ ਹੋਣਗੀਆਂ। ਨਹੀਂ, ਉਲਟ ਇਸ ਤਰ੍ਹਾਂ ਕਿ ਉੱਥੇ ਐਕਚੁਅਲੀ ਮੈਂ ਨਾ ਕਿ ਡਾਕਟਰ ਕੋਲ ਕੰਮ ਕਰਦਾ ਸੀ, ਔਰ ਮੈਂ ਸੋਚਿਆ ਵੀ ਡਿਗਰੀ ਤੋਂ ਬਿਨਾਂ ਡਾਕਟਰ ਕੀ ਹੁੰਦਾ ਹੈ। ਮੈਂ ਇੱਕ ਝੋਲਾ ਛਾਪ ਡਾਕਟਰ ਨਹੀਂ ਸੀ ਬਣਨਾ ਚਾਹੁੰਦਾ। ਅੱਛਾ। ਪਿਤਾ ਜੀ ਸਰਪੰਚ ਸੀ, ਛੋਟਾ ਮੋਟਾ ਕੰਮ ਮੈਨੂੰ ਕਰਨ ਦੀ ਆਦਤ ਨਹੀਂ ਸੀ, ਔਰ ਮੈਨੂੰ ਇਹ ਸੋਚਿਆ ਵੀ ਚੱਲ ਯਾਰ ਉੱਥੇ ਜਾ ਕੇ ਮਜ਼ਦੂਰੀ ਵੀ ਕਰਾਂਗੇ ਤੇ ਕੌਣ ਦੇਖਦਾ ਹੈਗਾ। ਤੇ ਮੈਨੂੰ ਇਹ ਪਤਾ ਸੀ ਵੀ ਮੈਂ ਮਜ਼ਦੂਰੀ ਕਰਕੇ ਰਸਤਾ ਲੱਭ ਲਵਾਂਗਾ, ਔਰ ਮੈਨੂੰ ਰਸਤਾ ਮਿਲ ਗਿਆ ਸੀ, ਮਜ਼ਦੂਰੀ ਦੇ ਵਿੱਚ ਮੈਨੂੰ ਰਸਤਾ ਲੱਭ ਗਿਆ ਸੀ। ਤੁਹਾਨੂੰ ਇੱਥੇ ਆ ਕੇ ਕੀ ਔਕੜਾਂ ਦੇਖਣੀਆਂ ਪਈਆਂ? ਕਿਸ ਤਰ੍ਹਾਂ ਦਾ ਸਟਰਗਲ ਕਰਨਾ ਪਿਆ ਇੱਥੇ? ਕਿਉਂਕਿ ਬਿਲਕੁਲ ਡਿਫਰੈਂਟ ਹਾਲਾਤ ਸਨ। ਘਰ ਵਿੱਚ ਤੁਸੀਂ ਮੌਜਾਂ ਮਾਣਦੇ ਸੀਗੇ, ਇੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਸਟਰਗਲ ਕਰਨਾ ਪਿਆ? ਇਸੇ ਤਰ੍ਹਾਂ ਕਿ ਜਦੋਂ ਮੈਂ ਨਵਾਂ ਆਇਆ ਮੈਨੂੰ ਕੰਮ ਕਰਨ ਦੀ ਆਦਤ ਨਹੀਂ ਸੀ। ਮੈਂ ਇੱਕ ਡਾਕਟਰ ਕੋਲ ਕੰਮ ਕਰਦਾ ਸੀ। ਡਾਕਟਰ ਕੋਲ ਤੁਹਾਨੂੰ ਪਤਾ ਕਿ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਹੁੰਦੇ ਨੇ, ਔਰ ਮੇਰੀ ਜੌਬ ਵੀ ਏਸੀ ਦੇ ਕੋਲ ਸੀ ਕਿ ਸਾਰਾ ਇੱਕ ਆਪਰੇਸ਼ਨ ਅਸਿਸਟੈਂਟ ਦੇ ਤੌਰ ਤੇ ਮੈਂ ਕੰਮ ਕਰਦਾ ਸੀ ਐਮਐਸ ਡਾਕਟਰ ਦੇ ਨਾਲ। ਜਦੋਂ ਮੈਂ ਇੱਥੇ ਆਇਆ ਤਾਂ ਫਿਰ ਮੈਨੂੰ ਧੁੱਪ ਕਾਫੀ ਲੱਗੀ, ਕੰਮ ਕਾਫੀ ਹੈਵੀ ਲੱਗਾ। ਹੈਵੀ ਤੇ ਚਲੋ ਖੈਰ ਮੈਂ ਜਾਨ ਤੋਂ ਤਕੜਾ ਸੀ, ਕੰਮ ਨੂੰ ਉਹਨੂੰ ਲੈ ਲਿਆ। 8-8 ਘੰਟੇ ਕੰਮ ਕਰਨਾ ਪੈਂਦਾ ਸੀ, ਕੱਪੜੇ ਆਪ ਧੋਣੇ ਪੈਂਦੇ ਸੀ, ਸਵੇਰੇ 4 ਵਜੇ ਉੱਠ ਕੇ ਲਾਈਨ 'ਚ ਲੱਗਣਾ ਪੈਂਦਾ ਸੀ। ਲਾਈਨ ਵਿੱਚ? ਕਾਹਦੀ ਲਾਈਨ ਵਿੱਚ? ਬੱਸ ਦੇ ਵਿੱਚ ਜਾਣ ਵਾਸਤੇ ਲਾਈਨ 'ਚ ਲੱਗਣਾ ਪੈਂਦਾ ਸੀ। ਫਿਰ ਉਸ ਤੋਂ ਸ਼ਾਮੀ ਜਦੋਂ ਤੁਸੀਂ 8-9 ਵਜੇ ਘਰ ਆਉਂਦੇ ਜੀ, ਆ ਕੇ ਫਿਰ ਨਹਾਉਣਾ, ਫਿਰ ਖਾਣਾ ਪਕਾਉਣਾ, ਯਾਨੀ ਕਿ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਉਸ ਜਿਹੜੀ ਐਸ਼ ਆਰਾਮ ਵਾਲੀ ਜ਼ਿੰਦਗੀ ਨੂੰ ਛੱਡ ਕੇ ਜਿਹੜੀ ਇਹ ਜ਼ਿੰਦਗੀ ਆ, ਇਹ ਇੱਕ ਵੱਖਰੀ ਜ਼ਿੰਦਗੀ ਸੀ। ਔਰ ਇਹਦੇ ਵਿੱਚੋਂ ਫਿਰ ਵੀ ਮਜ਼ਾ ਆਉਂਦਾ ਸੀ। ਔਕੜਾਂ ਬਹੁਤ ਸੀ, ਪਰ ਉਦੋਂ ਇਹ ਦਿਲ ਦੇ ਵਿੱਚ ਇੱਕ ਚਾਹ ਸੀ ਕਿ ਕੁਛ ਨਾ ਕੁਛ ਕਰਨਾ ਹੈ, ਔਰ ਹਰ ਔਕੜ ਨੂੰ ਮੈਂ ਬੜੇ ਇੰਜੋਇਮੈਂਟ ਕੀਤਾ। ਹਰ ਔਕੜਾਂ ਤਾਂ ਬਹੁਤ ਆਈਆਂ ਨੇ, ਪਰ ਹਰ ਔਕੜ ਨੇ ਮੈਨੂੰ ਕੁਛ ਨਾ ਕੁਛ ਇਹ ਸਿਖਾਇਆ ਕਿ ਜਦੋਂ ਕਿ ਲੋਕੀ ਪੁੱਛਦੇ ਨੇ ਹੁਣ ਕਈ ਵਾਰ ਕਿ ਤੁਸੀਂ ਕੀ ਸਿੱਖਿਆ, ਤੇ ਮੈਂ ਸਮਝਦਾ ਕਿ ਜਿਹੜੀਆਂ ਛੋਟੀਆਂ ਔਕੜਾਂ ਆਈਆਂ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਵੱਡੀਆਂ ਔਕੜਾਂ ਦੇ ਨਾਲ ਲੜਨਾ ਹੈ, ਮੈਂ ਇਹ ਸਿੱਖਿਆ। ਸਗੋਂ ਸਾਹਿਬ ਇਹ ਦੱਸੋ, ਜਿਨ੍ਹਾਂ ਦਿਨਾਂ ਵਿੱਚ ਤੁਸੀਂ ਮੁਸ਼ਕਲਾਂ ਸਹਿੰਦੇ ਰਹੇ, ਤਕਲੀਫਾਂ ਸਹਿੰਦੇ ਰਹੇ, ਤੁਹਾਨੂੰ ਕਦੀ ਇਸ ਤਰ੍ਹਾਂ ਨਹੀਂ ਲੱਗਿਆ ਕਿ ਨਹੀਂ ਯਾਰ ਉਹ ਮਾਹੌਲ ਠੀਕ ਸੀ? ਹਾਂ, ਲੱਗਾ ਸੀ ਇੱਕ ਵਾਰ ਕਿ ਵਾਪਸ ਜਾਵਾਂਗੇ, ਪਰ ਫਿਰ ਸੋਚਿਆ ਕਿ ਜਿੱਥੇ ਤੁਸੀਂ ਵਾਪਸ ਜਾ ਰਹੇ ਹੋ ਉੱਥੇ ਜਿਹੜੇ ਹਾਲਾਤਾਂ ਜਾਓਗੇ ਫਿਰ ਉੱਥੇ ਵਾਪਸ ਜਾਓਗੇ। ਅਸਲ 'ਚ ਮੇਰੇ ਕੋਲ ਮੌਕਾ ਨਹੀਂ ਸੀ ਕੋਈ ਕੰਮ ਕਰਨ ਦਾ। ਜਦੋਂ ਜ਼ਿੰਦਗੀ 'ਚ ਬੰਦੇ ਨੂੰ ਮੌਕਾ ਮਿਲਦਾ ਨਾ, ਤਾਂ ਫਿਰ ਇੱਕ ਚੰਗਾ ਮੌਕਾ ਤੁਹਾਡੇ ਲਈ ਹੋਰ 10 ਮੌਕੇ ਲੈ ਕੇ ਆਉਂਦਾ। ਮੈਨੂੰ ਇਹ ਉਮੀਦ ਸੀ, ਔਰ ਜਦੋਂ ਮੈਂ ਇਹ ਮੌਕੇ ਨੂੰ ਅਸਲ 'ਚ ਮੈਂ ਜਦੋਂ ਜਿਹੜੀ ਕੰਪਨੀ ਦੇ ਵਿੱਚ ਆਇਆ ਸੀ ਨਾ, ਤੇ ਕੰਪਨੀ ਹੈਗੀ ਸੀ ਇੱਕ ਕੰਸਟਰਕਸ਼ਨ ਕੰਪਨੀ। ਕੰਸਟਰਕਸ਼ਨ ਕੰਪਨੀ ਦੇ ਵਿੱਚ ਕੀ ਹੁੰਦਾ ਕਿ ਕਾਰਪੈਂਟਰ ਹੋਣਗੇ, ਮਜ਼ਦੂਰ ਹੋਣਗੇ, ਔਰ ਕਾਰੀਗਰ ਹੋਣਗੇ। ਔਰ ਜਿਹੜਾ ਮਜ਼ਦੂਰ, ਕਾਰੀਗਰ ਜਾਂ ਕਾਰਪੈਂਟਰ ਹੋਏਗਾ ਵੱਧ ਤੋਂ ਵੱਧ 10 ਪੜ੍ਹਿਆ ਹੋਏਗਾ ਜਾਂ 12 ਪੜ੍ਹਿਆ ਹੋਏਗਾ। ਔਰ ਮੈਂ ਇਹਨਾਂ ਦੇ ਵਿੱਚ ਇੰਨੇ ਚਕਾਨਾ ਰਾਜ਼ਾ ਸੀ ਕਿਉਂਕਿ ਮੈਂ BA ਪਾਸ ਸੀ। BA ਪਾਸ ਨਹੀਂ ਕਹਿ ਸਕਦੇ, ਮੈਂ BA ਸੈਕੰਡ ਦੇ ਵਿੱਚ ਉੱਥੋਂ ਭੱਜਿਆ ਹੋਇਆ ਸੀ ਜਰਾ। ਅੱਛਾ। ਤੇ ਇਹਨਾਂ ਦੇ ਵਿੱਚ ਜਰਾ ਮੈਨੂੰ ਸਾਰੇ ਸਿਆਣਾ ਸਮਝਦੇ ਸੀ। ਫਿਰ ਮੈਂ ਮਿਸਤਰੀ ਪਰਿਵਾਰ ਦੇ ਵਿੱਚੋਂ ਹੋਣ ਕਰਕੇ, ਕਾਰੋਬਾਰੀ ਪਰਿਵਾਰ ਦੇ ਵਿੱਚ ਹੋਣ ਕਰਕੇ ਜਿਹੜੀ ਰੂਪ ਰੇਖਾ ਬਿਲਡਿੰਗ ਦੀ ਸੀ ਉਹ ਜਲਦੀ ਮੇਰੇ ਦਿਮਾਗ 'ਚ ਆ ਗਈ। ਔਰ ਜਿਹੜਾ ਲੋਕਾਂ ਦਾ ਨਾਲ ਮੈਂ ਮਜ਼ਦੂਰੀ ਕਰਦਾ ਸੀ, ਜਿਸ ਵੀ ਮੈਂ ਬੰਦੇ ਦੇ ਨਾਲ, ਜਿਸ ਵੀ ਕਾਰੀਗਰ ਦੇ ਨਾਲ ਮੈਂ ਮਜ਼ਦੂਰ ਹੁੰਦਾ ਸੀ, ਔਰ ਉਹਦਾ ਕੰਮ ਜਲਦੀ ਔਰ ਜ਼ਿਆਦਾ ਨਿਕਲਦਾ ਹੁੰਦਾ ਸੀ, ਔਰ ਹਰ ਕਾਰੀਗਰ ਮੈਨੂੰ ਆਪਣੇ ਨਾਲ ਰੱਖ ਕੇ ਖੁਸ਼ ਹੁੰਦਾ ਸੀ। ਤੇ ਕੰਮ ਕਰਦਿਆਂ ਕਰਦਿਆਂ ਤੁਹਾਨੂੰ ਕਦੋਂ ਮਹਿਸੂਸ ਹੋਇਆ ਕਿ ਹਾਂ ਹੁਣ ਗੱਡੀ ਰੜ ਰਹੀ ਹੈ, ਹੁਣ ਤੁਸੀਂ ਜੋ ਸੋਚ ਕੇ ਆਏ ਸੀ ਉਹ ਆਹਿਸਤਾ ਆਹਿਸਤਾ ਪੂਰਾ ਹੋ ਰਿਹਾ ਹੈ? ਅਸਲ 'ਚ ਮੇਰਾ ਪਹਿਲਾਂ ਕੰਮ 'ਚ ਧਿਆਨ ਨਹੀਂ ਸੀ। ਮੇਰੀ ਜਿਹੜੀ ਇੱਥੇ ਆ ਕੇ ਮੁਲਾਕਾਤ ਹੋਈ, ਮੇਰੀ ਮੁਲਾਕਾਤ ਹੋ ਗਈ ਕੰਮ ਚੋਰਾਂ ਦੇ ਨਾਲ। ਕੰਮ ਤੋਂ ਦਿਲ ਕਿਵੇਂ ਚੁਰਾਉਣਾ ਵਾ, ਟਾਈਮ ਪਾਸ ਕਿਵੇਂ ਕਰਨਾ ਵਾ, ਵੀ ਹਰ ਟਾਈਮ ਘੜੀ ਦੇਖਦੇ ਰਹਿਣਾ ਕਿ ਰੋਟੀ ਦਾ ਟਾਈਮ ਕਦੋਂ ਹੋਏਗਾ, ਚਾਹ ਦਾ ਟਾਈਮ ਕਦੋਂ ਹੋਏਗਾ। ਔਰ ਸ਼ੁਰੂ ਦੇ ਵਿੱਚ ਕੀ ਹੋਇਆ ਕਿ ਮੈਨੂੰ ਮੇਰੇ ਮਾਮਾ ਜੀ ਹੈਗੇ ਨੇ, ਟੀਚਰ ਨੇ, ਔਰ ਉਹਨਾਂ ਨੇ ਮੈਨੂੰ ਇੱਕ ਬੁੱਕ ਦਿੱਤੀ ਪੜ੍ਹਨ ਵਾਸਤੇ ਜਿੱਥੋਂ ਮੈਨੂੰ ਪੜ੍ਹਨ ਦੀ ਚਿਟਕ ਲੱਗੀ। ਉਹਦੇ ਵਿੱਚ ਮੈਂ ਇੱਕ ਉਦਾਹਰਨ ਪੜ੍ਹੀ ਸੀ ਕਿ ਅਗਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਜੇ ਤੇ ਘੜੀ ਦੇਖ ਕੇ ਕੰਮ ਨਹੀਂ ਕਰੋ, ਕੰਮ ਮੁਕਾ ਕੇ ਘੜੀ ਦੇਖੋ। ਅੱਛਾ। ਮੈਂ ਸੋਚਿਆ ਯਾਰ ਇਹਨੂੰ ਇੰਪਲੀਮੈਂਟ ਕਰਕੇ ਦੇਖਦੇ ਹਾਂ। ਮੈਂ ਜਿਸ ਬੰਦੇ ਦੇ ਨਾਲ ਵੀ ਕੰਮ ਕਰਦਾ ਸੀ ਮੈਂ ਸੋਚ ਲੈਂਦਾ ਵੀ ਇਹਨੂੰ ਖਤਮ ਕਰਕੇ ਫਿਰ ਘੜੀ ਦੇਖਣੀ ਆ, ਔਰ ਉਹਦੇ ਨਾਲ ਮੇਰਾ ਕੰਮ ਜਲਦੀ ਹੁੰਦਾ ਸੀ ਔਰ ਕਾਰੀਗਰ ਵੀ ਖੁਸ਼ ਹੁੰਦਾ ਸੀ।
ਕਾਰੀਗਰ ਦੇ ਨਾਲ ਜਦੋਂ ਮੈਂ ਕੰਮ ਕਰਦਾ ਸੀ ਔਰ ਉਹਨੂੰ ਵੀ ਮੈਂ ਕਹਿ ਦਿੰਦਾ ਸੀ ਵੀ ਆਪਾਂ ਕੰਮ ਮੁਕਾ ਕੇ ਫਿਰ ਰੋਟੀ ਖਾਣੀ ਆ। ਔਰ ਅਸੀਂ ਕਦੀ ਕਦੀ 1 ਘੰਟਾ 2 ਘੰਟੇ ਲੇਟ ਵੀ ਹੋ ਜਾਂਦੇ ਸੀ। ਔਰ ਜਦੋਂ ਅਸੀਂ ਕੰਮ ਕਰਦੇ ਸੀ, ਕੰਮ ਕਰਨ ਦੇ ਦੌਰਾਨ ਸਾਡਾ ਕੰਮ ਐਡਾ ਸੋਹਣਾ ਔਰ ਇੰਨਾ ਜ਼ਿਆਦਾ ਹੁੰਦਾ ਸੀ ਕਿ ਦੇਖਣ ਵਾਲੇ ਨੂੰ ਵੀ ਖੁਸ਼ੀ ਲੱਗਦੀ ਸੀ। ਔਰ ਜਦੋਂ ਮੈਂ ਕੰਮ ਕਰਨ ਲੱਗ ਪਿਆ ਫਿਰ ਮੈਨੂੰ ਕੰਮ ਦੇ ਵਿੱਚੋਂ ਸਵਾਦ ਆਉਣ ਲੱਗ ਪਿਆ, ਇੱਕ ਟੇਸਟ ਆਉਣ ਲੱਗ ਪਿਆ, ਇੱਕ ਆਨੰਦ ਆਉਣ ਲੱਗ ਪਿਆ। ਫਿਰ ਮੇਰਾ ਮਨ ਕੰਮ ਦੇ ਵਿੱਚ ਲੱਗਣਾ ਸ਼ੁਰੂ ਹੋ ਗਿਆ। ਫਿਰ ਮੈਂ ਇਹੀ ਕੋਸ਼ਿਸ਼ ਕਰਦਾ ਹੁੰਦਾ ਸੀ ਵੀ ਮੇਰਾ ਟੀਚਾ ਹੁੰਦਾ ਸੀ ਕਿ ਮੈਂ ਅੱਜ ਸਾਰੀ ਦਿਹਾੜੀ ਆਹ ਕੰਮ ਕਰਕੇ ਤੇ ਫਿਰ ਘੜੀ ਦੇਖਣੀ ਆ। ਔਰ ਇਸ ਫਾਰਮੂਲੇ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਬੜਾ ਪਰਿਵਰਤਨ ਆਇਆ। ਔਰ ਮੈਂ ਜਿਹੜਾ ਕੰਮ ਲੋਕੀ ਇੱਕ ਦਿਹਾੜੀ ਦਾ ਕੰਮ ਇੱਕ ਦਿਨ 'ਚ ਕਰਦੇ ਸੀ, ਮੈਂ ਇੱਕ ਦਿਨ ਦੇ ਵਿੱਚ 2 ਦਿਹਾੜੀਆਂ ਦਾ ਕੰਮ ਕਰ ਜਾਂਦਾ ਹੁੰਦਾ ਸੀ ਇਸ ਫਾਰਮੂਲੇ ਦੇ ਆਧਾਰ ਤੇ। ਜੀ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਘੜੀ ਵੇਖ ਕੇ ਕੰਮ ਨਹੀਂ ਕਰਦੇ, ਬਲਕਿ ਕੰਮ ਕਰਨ ਤੋਂ ਬਾਅਦ ਘੜੀ ਵੇਖਦੇ ਹੋ। ਪਰ ਮਾਫੀ ਚਾਹਨਾ ਸਰਦਾਰ ਸਾਹਿਬ, ਸਾਨੂੰ ਇਸ ਟਾਈਮ ਘੜੀ ਦੇਖਣੀ ਪਏਗੀ। ਸਾਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਪਏਗਾ ਇੱਥੇ। ਜ਼ਰੂਰ ਜੀ ਜ਼ਰੂਰ। ਦਰਸ਼ਕੋ, ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਅਸੀਂ ਹੁਣੇ ਹਾਜ਼ਰ ਹੋਣੇ ਆ।